और हुण असीं अपने दर्शकों नूं लैके चलदे हां टोरंटो। मेरे सहयोगी रुपिंदर कौर साडे नाल फोन लाइन ते मौजूद ने, जिहड़े ताज़ा हालात की जानकारी दे रहे हैं। रुपिंदर, जिथे असीं चाहुंदे हां तुसीं सानूं हुण तक दे अपडेट दिओ, खास तौर ते उदों जदों नवां समान आउण दी भी गल हो रही है। नाल ही ये भी जानना चाहुंदे हां कि बहुत सारे लोगों की शिकायत है कि उन्हां नूं इंडिया तो कैनेडा पहुंचण दे वास्ते जानकारी पूरी मुहैया नहीं हो रही, रजिस्ट्रेशन ठीक नहीं है। उस संबंधी कोई ताज़ा जानकारी मिली है? जी, कैनेडा ਵਿੱਚ ਕੋਵਿਡ-19 ਦੇ ਕੇਸਿਸ ਦਾ ਅੰਕੜਾ ਇਸ ਵੇਲੇ ਲਗਭਗ 14,000 ਦੇ ਕਰੀਬ ਹੈ ਤੇ ਸਭ ਤੋਂ ਵੱਧ ਕੇਸਿਸ ਕਿਊਬੈਕ ਤੇ ਓਨਟਾਰੀਓ ਵਿੱਚ ਨੇ। ਇਸੇ ਨੂੰ ਵੇਖਦੇ ਹੋਏ ਓਨਟਾਰੀਓ ਦੇ ਪ੍ਰੀਮੀਅਰ ਵੱਲੋਂ ਬੀਤੇ ਦਿਨੀ ਓਨਟਾਰੀਓ ਦਾ ਪ੍ਰੋਜੈਕਸ਼ਨ ਮਾਡਲ ਪੇਸ਼ ਕੀਤਾ ਗਿਆ ਸੀ। ਜਿਵੇਂ ਪ੍ਰੀਮੀਅਰ ਨੇ ਕਿਹਾ ਕਿ ਜੇ ਉਹ ਜਾਣਦੇ ਨੇ ਕਿ ਪ੍ਰੋਜੈਕਸ਼ਨ ਮਾਡਲ ਕੀ ਹੈ ਤਾਂ ਲੋਕਾਂ ਨੂੰ ਵੀ ਇਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ, ਪਰ ਇਸ ਪ੍ਰੋਜੈਕਸ਼ਨ ਮਾਡਲ ਨੇ ਲੋਕਾਂ ਦੇ ਮਨ ਵਿੱਚ ਇੱਕ ਡਰ ਪੈਦਾ ਕਰ ਦਿੱਤਾ ਹੈ, ਕਿਉਂਕਿ ਇਸ ਤਹਿਤ ਕਿਹਾ ਜਾ ਰਿਹਾ ਹੈ ਕਿ ਅਪ੍ਰੈਲ ਦੇ ਮਹੀਨੇ ਵਿੱਚ ਓਨਟਾਰੀਓ ਵਿੱਚ ਲਗਭਗ 80,000 ਕੇਸਿਸ ਹੋ ਸਕਦੇ ਨੇ। ਇਸੇ ਲਈ ਵੀਕਐਂਡ ਨੂੰ ਧਿਆਨ ਵਿੱਚ ਰੱਖਦੇ ਹੋਏ, ਕਿਉਂਕਿ ਵਧੀਆ ਮੌਸਮ ਸੀਗਾ, ਸਰਕਾਰਾਂ ਨੂੰ ਡਰ ਸੀ ਕਿ ਕਿਤੇ ਲੋਕ ਬਾਹਰ ਨਾ ਨਿਕਲ ਜਾਣ, ਟੋਰੰਟੋ, ਬ੍ਰੈਂਪਟਨ ਤੇ ਮਿਸਿਸਾਗਾ ਸਿਟੀ ਗਵਰਨਮੈਂਟ ਵੱਲੋਂ ਸਟ੍ਰਿਕਟ ਮੈਜਰਸ ਲਏ ਗਏ। ਨਾਲ ਹੀ ਓਨਟਾਰੀਓ ਵੱਲੋਂ ਦੁਪਹਿਰ ਵੇਲੇ ਐਮਰਜੈਂਸੀ ਅਲਰਟ ਵੀ ਇਸ਼ੂ ਕੀਤਾ ਗਿਆ, ਜਿਸ ਵਿੱਚ ਲੋਕਾਂ ਨੂੰ ਕਿਹਾ ਗਿਆ ਕਿ ਕਾਰੋਬਾਰ ਤਾਂ ਹੀ ਨਿਕਲਣ ਜੇ ਉਹਨਾਂ ਨੇ ਗਰੋਸਰੀ ਲੈਣ ਜਾਣਾ ਹੈ, ਫਾਰਮੇਸੀ ਜਾਣਾ ਹੈ ਜਾਂ ਫਿਰ ਕਿਸੇ ਮੈਡੀਕਲ ਅਪਾਇੰਟਮੈਂਟ ਲਈ ਜਾਣਾ ਹੈ। ਨਾਲ ਹੀ ਕੱਲ੍ਹ ਅਲਬਰਟਾ ਵਿੱਚ ਜਿੱਥੇ 100 ਦੇ ਕਰੀਬ ਨਵੇਂ ਕੇਸਿਸ ਸਾਹਮਣੇ ਆਏ, ਉੱਥੇ ਇੱਕ 20 ਸਾਲਾ ਲੇਡੀ ਦੀ ਡੈਥ ਰਿਪੋਰਟ ਹੋਈ, ਵਿਚ ਇਜ਼ ਯੰਗੈਸਟ ਫੈਟੈਲਿਟੀ ਇਨ ਕੈਨੇਡਾ ਟਿਲ ਨਾਓ। ਇਸ ਦੇ ਨਾਲ ਹੀ 2 ਡੈਥਸ ਰਿਪੋਰਟ ਹੋਈਆਂ ਪੀਲ ਰੀਜਨ ਵਿੱਚ। ਪੀਲ ਵਿੱਚ ਵੱਧਦੇ ਕੇਸਿਸ ਨੂੰ ਵੇਖਦੇ ਹੋਏ ਹੁਣ ਵੱਖ-ਵੱਖ ਹਸਪੀਟਲਸ ਵਿੱਚ ਜਿਹੜੇ ਟੈਂਟਸ ਹੁੰਦੇ ਨੇ ਪਾਰਕਿੰਗ ਲੋਟ ਵਿੱਚ, ਉਹ ਟੈਂਪਰੇਰੀ ਟਰਾਇਜ ਟੈਂਟਸ ਲਗਾਏ ਜਾ ਰਹੇ ਨੇ, ਕਿਉਂਕਿ ਜਿਵੇਂ ਅਸੀਂ ਸਾਰੇ ਹੀ ਜਾਣਦੇ ਹਾਂ ਹਸਪੀਟਲਸ ਇੰਨਾ ਪ੍ਰੀਪੇਅਰ ਨਹੀਂ ਸੀਗੇ, ਪਰ ਹੁਣ ਕਿਉਂਕਿ ਕੇਸਿਸ ਵਿੱਚ ਵਾਧਾ ਹੋ ਰਿਹਾ, ਇਸ ਲਈ ਇੰਤਜ਼ਾਮ ਜਿਹੜੇ ਹੈਗੇ ਨੇ ਉਹਨਾਂ ਨੂੰ ਵਧਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕੱਲ੍ਹ ਰਾਤ ਤੋਂ ਓਨਟਾਰੀਓ ਵਿੱਚ ਕਈ ਹੋਰ ਬਿਜ਼ਨਸ ਨੇ ਜੋ ਨਾਨ ਅਸੈਂਸ਼ੀਅਲ ਲਿਸਟ ਵਿੱਚ ਐਡ ਕੀਤੇ ਗਏ ਨੇ, ਜਿਵੇਂ ਕਿ ਕੈਨੇਬੀਸ ਸਟੋਰ, ਉਹਨਾਂ ਨੂੰ ਟੈਂਪਰੇਰੀਲੀ ਬੰਦ ਕਰ ਦਿੱਤਾ ਗਿਆ। ਇੰਡਸਟਰੀਅਲ ਕੰਸਟਰਕਸ਼ਨ ਸਾਈਟਸ ਨੇ ਜੋ ਹੁਣ ਬੰਦ ਰਹਿਣਗੀਆਂ। ਨਾਲ ਹੀ ਕੋਈ ਵੀ ਰੈਜ਼ੀਡੈਂਸ਼ੀਅਲ ਕੰਸਟਰਕਸ਼ਨ ਹੁਣ ਜਿਹੜੀ ਹੈ ਨਹੀਂ ਹੋਏਗੀ। ਪਹਿਲਾਂ ਇਹ ਜਿਹੜੀ ਲਿਸਟ ਜਾਰੀ ਕੀਤੀ ਗਈ ਸੀ ਉਸ ਦੇ ਵਿੱਚ ਅਸੈਂਸ਼ੀਅਲ ਵਰਕ ਪਲੇਸ ਸੀਗੇ, ਉਹ ਲਿਸਟ ਸਿਰਫ 74 ਸੀਗੀ, ਉਸ ਨੂੰ ਘਟਾ ਕੇ ਹੁਣ 44 ਕਰ ਦਿੱਤਾ ਗਿਆ ਹੈ। ਯਾਨੀ ਹੋਰ ਕਈ ਬਿਜ਼ਨਸ ਕੱਲ੍ਹ ਰਾਤ ਤੋਂ ਹੁਣ ਬੰਦ ਹੈਗੇ ਨੇ। ਇਹ ਸਾਰਾ ਜੋ ਕੀਤਾ ਜਾ ਰਿਹਾ ਹੈ, ਜੋ ਮੈਜਰਸ ਲਏ ਜਾ ਰਹੇ ਨੇ, ਸਿਰਫ ਇਸੇ ਲਈ ਲਏ ਜਾ ਰਹੇ ਨੇ ਕਿ ਜੋ ਸਪਰੈਡ ਦਿਨ ਬ ਦਿਨ ਵੱਧ ਰਿਹਾ ਉਸ ਨੂੰ ਘਟਾਇਆ ਜਾ ਸਕੇ। ਇਸ ਦੇ ਨਾਲ ਹੀ ਕੱਲ੍ਹ ਮੰਡੇ April 6 ਤੋਂ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ ਲਈ ਲੋਕ ਅਪਲਾਈ ਕਰ ਸਕਣਗੇ। ਅਪਲਾਈ ਕਰਨ ਦੇ ਨਾਲ ਹੀ ਜਿਹੜਾ ਹੈਗਾ ਵਿਦਿਨ ਅ ਵੀਕ ਉਹਨਾਂ ਨੂੰ ਇਹ ਬੈਨੀਫਿਟ ਮਿਲਣੇ ਸ਼ੁਰੂ ਹੋ ਜਾਣਗੇ, ਡਾਇਰੈਕਟ ਡਿਪੋਜ਼ਿਟ ਜਾਂ ਚੈੱਕ ਦੇ ਥਰੂ, ਜਿਵੇਂ ਵੀ ਉਹਨਾਂ ਨੇ ਅਪਲਾਈ ਕੀਤਾ, ਅਤੇ ਅਗਲੇ 4 ਮਹੀਨੇ ਲਈ $2,000 ਉਹਨਾਂ ਨੂੰ ਹਰ ਮਹੀਨੇ ਮਿਲਣਗੇ। ਇਸ ਦੇ ਨਾਲ ਹੀ ਇੱਕ ਹੋਰ ਰਾਹਤ ਦਿੱਤੀ ਗਈ ਹੈ। 4 ਵੱਡੇ ਬੈਂਕਸ ਨੇ ਕੈਨੇਡਾ ਦੇ, TD, RBC, ਨੈਸ਼ਨਲ ਬੈਂਕ ਤੇ ਕੈਨੇਡਾ ਇੰਪੀਰੀਅਲ ਬੈਂਕ ਵੱਲੋਂ ਕ੍ਰੈਡਿਟ ਕਾਰਡ ਇੰਟਰਸਟ ਰੇਟ ਵੀ ਹੈਗਾ ਜਿਹੜਾ ਉਹ ਘਟਾ ਦਿੱਤਾ ਗਿਆ। ਇੱਕ ਹੋਰ ਅਹਿਮ ਇਨਫੋਰਮੇਸ਼ਨ ਹੈ ਕਿ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਇੰਡੀਆ ਤੋਂ ਸਪੈਸ਼ਲ ਫਲਾਈਟਸ ਕੈਨੇਡਾ ਲਈ ਸ਼ੁਰੂ ਕੀਤੀਆਂ ਗਈਆਂ ਸਨ ਅਤੇ ਕੱਲ੍ਹ ਪਹਿਲੀ ਫਲਾਈਟ ਵੈਂਕੂਵਰ ਆਈ ਹੈ। ਹੁਣ ਇਹ ਵੀ ਕਿਹਾ ਜਾ ਰਿਹਾ ਕਿ ਪਹਿਲਾਂ ਜਿਵੇਂ ਫਲਾਈਟ ਸਿਰਫ ਦਿੱਲੀ ਅਤੇ ਮੁੰਬਈ ਤੋਂ ਚੱਲ ਰਹੀਆਂ ਸਨ, ਪਰ ਕਿਉਂਕਿ ਲੋਕਡਾਊਨ ਕਰਕੇ ਜਿਨ੍ਹਾਂ ਨੇ ਪੰਜਾਬ ਤੋਂ ਆਉਣਾ ਹੈ ਉਹਨਾਂ ਲਈ ਟਰੈਵਲ ਕਰਨਾ ਮੁਸ਼ਕਿਲ ਹੋ ਰਿਹਾ ਸੀ, ਅਤੇ ਕਈਆਂ ਦੇ ਸਵਾਲ ਸੀ ਕਿ ਜਿਨ੍ਹਾਂ ਨੇ ਟਿਕਟਸ ਬੁੱਕ ਕੀਤੀ ਹੈ ਉਹ ਕਿਵੇਂ ਟਰੈਵਲ ਕਰਕੇ ਦਿੱਲੀ ਜਾਂ ਮੁੰਬਈ ਤੱਕ ਜਾਣਗੇ। ਤਾਂ ਇਹ ਜਿਹੜਾ ਸਾਰਾ ਅਰੇਂਜਮੈਂਟ ਹੈਗਾ ਇਹ ਸਰਕਾਰ ਵੱਲੋਂ ਹੀ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਜਿਹੜੀ ਮੇਲ ਆ ਰਹੀ ਹੈ ਗਵਰਨਮੈਂਟ ਵੱਲੋਂ, ਉਹ ਰੈਗੂਲਰ ਉਸ ਮੇਲ ਨੂੰ ਚੈੱਕ ਕਰਦੇ ਰਹਿਣ, ਉਸ ਦੇ ਵਿੱਚ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਪ੍ਰੋਵਾਈਡ ਕੀਤੀ ਜਾ ਰਹੀ ਹੈ। ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਅੰਮ੍ਰਿਤਸਰ ਅਤੇ ਬੈਂਗਲੌਰ ਤੋਂ ਵੀ ਸਪੈਸ਼ਲ ਫਲਾਈਟਸ ਸ਼ੁਰੂ ਕੀਤੀਆਂ ਜਾਣਗੀਆਂ।